ਚੰਗਿਆਈਆਂ ਦੇ ਕਰ ਚਾਨਣ ਗੂੜਾ, ਤੇ ਬੁਰਿਆਈ ਦੇ ਕਰ ਨੇਰ। ਬੁਰਿਆਈ ਸੰਗ ਕਈ ਸੈਂਸੇ ਦਿਲ ਨੂੰ, ਤੇ ਚੜੇ ਚੰਗਿਆਈਆਂ ਨਾਲ ਸੁਰਖ ਸਵੇਰ। ਚੰਗਿਆਈਆਂ ਦੇ ਨਾਲ ਸੋਭਾ ਜਗ ਤੇ, ਬੁਰਿਆਈ ਸੰਗ ਤੋਹਮਤਾਂ ਢੇਰ। ਬੁਰਿਆਈ ਦਾ ਦਾਮਨ ਸਦਾ ਕਾਫਰ ਚੁਣਦੇ, ਚੰਗਿਆਈਆਂ ਚੁਣਨ ਜਮੀਰੋਂ ਜਾਗੇ ਸ਼ੇਰ। ਚੰਗਿਆਈਆਂ ਚੁਣਦੇ ਮਨਸੂਰ ਦਲੇਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਸਾਡੇ ਵਿਚਾਰ ਦਾ ਕੇਂਦਰ ਹੈ ਉਹ ਹੈ ਕਿਵੇਂ ਚੰਗੇ ਬਣੀਏ। ਚੰਗਿਆਈ ਅਤੇ ਬੁਰਿਆਈ ਦੋ ਪਹਿਲੂ ਨੇ ਜੋ ਮਨੁੱਖ ਦੀ ਸੋਚ, ਵਿਹਾਰ ਅਤੇ ਕਰਮ ਵਿੱਚ ਵੇਖਣ ਨੂੰ ਮਿਲਦੇ ਨੇ। ਤੇ ਚੰਗਿਆਈ ਉਹ ਪਹਿਲੂ ਹੈ ਜੋ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਚਾਹਤ ਤਾਂ ਹਰ ਕਿਸੇ ਦੀ ਚੰਗਾ ਬਣਨ ਦੀ ਹੁੰਦੀ ਹੈ, ਪਰ ਚੰਗਾ ਬਿਨਾਂ ਚੰਗਿਆਈ ਦੇ ਨਹੀਂ ਬਣਿਆ ਜਾ ਸਕਦਾ। ਚੰਗਿਆਈ ਦੀ ਸੋਚ ਹੀ ਇਨਸਾਨ ਨੂੰ ਚੰਗਾ ਬਣਾਉਂਦੀ ਹੈ, ਪਰ ਹੁੰਦਾ ਕੀ ਹੈ, ਚੰਗੇ ਦੇ ਨਾਲ ਬੁਰਾ ਪਹਿਲੂ ਵੀ ਸਾਡੇ ਅੰਦਰ ਦਸਤਕ ਦੇ ਹੀ ਜਾਂਦਾ ਹੈ। ਕਿਉਂਕਿ ਜਿਵੇਂ ਨੈਗੇਟਿਵ ਪੋਜ਼ਿਟਿਵ ਚਾਰਜਸ ਦਾ ਬੈਲੈਂਸ ਇੱਕ ਬੈਟਰੀ ਸੈੱਲਸ ਤੇ ਵੇਖਣ ਨੂੰ ਮਿਲਦਾ ਹੈ, ਇਸੇ ਤਰ੍ਹਾਂ ਸਾਡੀ ਸੋਚ ਵਿੱਚ ਚੰਗਿਆਈ ਤੇ ਬੁਰਿਆਈ ਯਾਨੀ ਨੈਗੇਟਿਵ ਤੇ ਪੋਜ਼ਿਟਿਵ ਸੋਚ ਦਾ ਬੈਲੈਂਸ ਹੈ। ਇਹ ਇੱਕ ਕਲੀਅਰ ਤੱਥ ਹੈ ਜਿਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜੇਕਰ ਬਾਰੀਕੀ ਨਾਲ ਆਪਣੇ ਅੰਦਰ ਚੱਲਦੀ ਹੋਈ ਸੋਚ ਨੂੰ ਵਾਚੀਏ ਤੇ ਹੁੰਦਾ ਕੀ ਹੈ, ਅਸੀਂ ਜਦੋਂ ਪੋਜ਼ਿਟਿਵ ਸਾਈਡ ਯਾਨੀ ਚੰਗਿਆਈ ਦੀ ਸੋਚ ਦਾ ਕਰਮ ਕਰਨ ਲੱਗਦੇ ਹਾਂ ਤੇ ਕੋਈ ਨਾ ਕੋਈ ਨੈਗੇਟਿਵ ਸੋਚ ਬੁਰਿਆਈ ਦੇ ਤਲ ਤੇ ਆਪਣੇ ਆਪ ਹੀ ਅੰਦਰ ਆਉਣ ਲੱਗਦੀ ਹੈ। ਜਿੰਨਾ ਅਸੀਂ ਚੰਗਿਆਈ 'ਚ ਜਾਣਾ ਚਾਹੁੰਦੇ ਹਾਂ, ਨੈਗੇਟਿਵ ਯਾਨੀ ਬੁਰੀ ਸੋਚ ਓਨਾ ਹੀ ਸਾਡੇ ਤੇ ਹੈਵੀ ਹੋਣ ਲੱਗ ਪੈਂਦੀ ਤੇ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਤੇ ਹੋਰ ਗਹਿਰੇ ਹੋ ਕੇ ਵੇਖੀਏ ਤੇ ਜਦੋਂ ਅਸੀਂ ਕੋਈ ਬੁਰਿਆਈ ਦੀ ਸੋਚ ਨਾਲ ਬੁਰਾ ਕਰਮ ਕਰਦੇ ਹਾਂ ਤੇ ਸਾਡੀ ਮਾਨਸਿਕ ਫਿਤਰਤ ਬਹੁਤ ਉਤਸ਼ਾਹਿਤ ਹੁੰਦੀ ਹੈ, ਪਰ ਚੰਗਿਆਈ ਦੀ ਸੋਚ ਦਾ ਛੋਟਾ ਜਿਹਾ ਕਣ ਦਸਤਕ ਉਦੋਂ ਵੀ ਦਿੰਦਾ ਹੈ ਕਿ ਇਹ ਕੰਮ ਨਹੀਂ ਕਰਨਾ ਚਾਹੀਦਾ, ਪਰ ਅਸੀਂ ਉਸ ਦਸਤਕ ਨੂੰ ਦਬਾ ਦਿੰਦੇ ਹਾਂ। ਚੰਗਿਆਂ ਕੰਮਾਂ ਨੂੰ ਕਰਨ ਲਈ ਤੇ ਸਾਡੇ ਅੰਦਰ ਆਲਸ ਬਣ ਆਉਂਦਾ ਹੈ, ਪਰ ਬੁਰੇ ਨੂੰ ਅਸੀਂ ਭੱਜ ਕੇ ਪੈਂਦੇ ਹਾਂ। ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਹੁਣ ਇੱਥੇ ਇਸ ਦਾ ਕਾਰਨ ਲੱਭਣ ਦੀ ਲੋੜ ਹੈ ਕਿ ਅਸੀਂ ਬੁਰੇ ਕੰਮ ਨੂੰ ਜਾਂ ਬੁਰੀ ਸੋਚ ਨੂੰ ਅਪਣਾਉਣ ਲੱਗਿਆ ਮਿੰਟ ਨਹੀਂ ਲਾਉਂਦੇ, ਤੇ ਚੰਗੀ ਸੋਚ, ਚੰਗੇ ਕਰਮ ਕਰਨ ਲਈ ਸਾਨੂੰ ਮਸ਼ੱਕਤ ਕਿਉਂ ਕਰਨੀ ਪੈਂਦੀ ਹੈ। ਜਿਵੇਂ ਝੂਠ, ਚੁਗਲੀ, ਬਖੀਲੀ, ਨਿੰਦਿਆ, ਵਾਸ਼ਨਾ, ਲੋਭ, ਇਹਨਾਂ ਦੇ ਵਿੱਚ ਅਸੀਂ ਸਹਿਜੇ ਹੀ ਇਨਵੋਲਵ ਹੋ ਜਾਂਦੇ ਹਾਂ, ਪਰ ਨਾਮ ਸਿਮਰਨ, ਭਗਤੀ, ਬੰਦਗੀ, ਭਲਾਈ, ਪਰ ਉਪਕਾਰੀ, ਨਿਰਸਵਾਰਥ ਰਹਿਣ ਦੀ ਭਾਵਨਾ ਵੱਲ ਜਾਣਾ ਸਾਡੇ ਲਈ ਸੁਖਾਵਾਂ ਨਹੀਂ ਹੁੰਦਾ। ਤਾਂ ਹੀ ਚੰਗਾ ਬਣਨਾ ਸੌਖਾ ਨਹੀਂ ਹੈ। ਕਾਰਨ ਇਹ ਹੈ ਕਿ ਮੰਦਗੁਣੀ ਬੁਰੀ ਸੋਚ ਜੋ ਹੈ ਇਹ ਮੂਦੀ ਊਂਦ ਕਮਲਾਂ ਦੀ ਊਰਜਾ ਵਿੱਚ ਪਨਪਦੀ ਹੈ, ਤੇ ਚੰਗੀ ਸਦਗੁਣੀ ਸੋਚ ਲਈ ਕਮਲ ਸਿੱਧਤਾ ਦੀ ਲੋੜ ਹੁੰਦੀ, ਤੇ ਜੀਵ ਜਨਮਦਾ ਹੀ ਮੂਦੀ ਊਰਜਾ ਵਿੱਚ ਹੈ ਜਿਸ ਦਾ ਵਹਾਅ ਹੇਠਾਂ ਨੂੰ ਹੈ, ਤੇ ਇਹ ਕਾਰਨ ਹੈ ਇਸ ਦਾ ਮਾੜੀ ਬੁਰੀ ਸੋਚ ਵੱਲ ਜਲਦੀ ਦੌੜਨ ਦਾ। ਅਤੇ ਜੇਕਰ ਅਸੀਂ ਚੰਗੀ ਸੋਚ, ਚੰਗਿਆਈ, ਚੰਗੇ ਕਰਮ ਨੂੰ ਆਪ ਦੇ ਅੰਦਰ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਜਿਵੇਂ ਨਾਮ ਸਿਮਰਨ, ਭਗਤੀ, ਬੰਦਗੀ ਕਰਨ ਤੁਰੀਏ, ਤੇ ਬੈਲੈਂਸ ਵਿੱਚ ਕਿਤੇ ਨਾ ਕਿਤੇ ਫਿਰ ਬੁਰਿਆਈ ਯਾਨੀ ਨੈਗੇਟਿਵ ਸੋਚ ਸਾਡੇ ਤੇ ਹੈਵੀ ਹੋ ਜਾਂਦੀ, ਕਿਉਂਕਿ ਮੂਦੀ ਊਰਜਾ ਫਿਰ ਸਾਡੀ ਸੋਚ ਨੂੰ ਹੇਠਲੇ ਪੱਧਰ ਵੱਲ ਯਾਨੀ ਬੁਰਿਆਈ ਵੱਲ ਨੂੰ ਲੈ ਤੁਰਦੀ। ਸੋ ਇਸ ਬੁਰਿਆਈ ਤੋਂ, ਮਾੜੀ ਨੈਗੇਟਿਵ ਸੋਚ ਤੋਂ ਨਿਜਾਤ ਪਾਉਣ ਲਈ, ਪਰਮਾਨੈਂਟ ਚੰਗੇ ਬਣਨ ਲਈ ਸਾਡੀ ਊਰਜਾ ਦਾ ਵਹਾਅ ਉੱਪਰ ਨੂੰ ਹੋਣਾ ਜ਼ਰੂਰੀ ਹੈ। ਕਹਿਣ ਤੋਂ ਭਾਵ ਕਮਲ ਪ੍ਰਗਾਸ ਨਾਲ ਹੀ ਬੁੱਧ ਪ੍ਰਗਾਸ ਹੋ। ਅਸਲ ਪਰਮਾਨੈਂਟ ਚੰਗਿਆਈ ਯਾਨੀ ਸਦਗੁਣੀ ਪ੍ਰਗਟ ਹੋਣ ਨਾਲ ਹੀ ਸਦਾ ਚੰਗੇ ਬਣਿਆ ਜਾ ਸਕਦਾ ਹੈ। ਗੁਰੂ ਗੁਰਬਾਣੀ ਫਰਮਾਨ ਕਰਦੀ ਹੈ, ਬੁੱਧ ਪ੍ਰਗਾਸ ਪ੍ਰਗਟ ਭਈ, ਉਲਟ ਕਮਲ ਵਿਗਾਸਨ। ਤੱਤਾਂ ਦੀ 9 ਦੀਵਾਰੀ ਕਾਇਆ ਵਿੱਚ ਚੰਗੇ ਬੁਰੇ ਦਾ ਬੈਲੈਂਸ ਹੈ, ਪਰ ਜਦੋਂ ਜੀਵ ਦੀ ਊਰਜਾ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਸਦਕਾ ਉਸਦੇ ਧਿਆਨ ਦੁਆਰਾ 9ਵਾਂ ਨੂੰ ਪਾਰ ਕਰ ਅਸਲ 10ਵੇਂ ਦੁਆਰ ਪਹੁੰਚਦੀ ਹੈ, ਫਿਰ ਹੀ ਇਸ ਦੀ ਸੋਚ ਵਿੱਚ ਪੂਰਨ ਚੰਗਿਆਈ, ਕਰਮ 'ਚ ਚੰਗਿਆਈ, ਵਿਹਾਰ 'ਚ ਚੰਗਿਆਈ ਆਉਂਦੀ ਹੈ, ਜੋ ਇਸ ਨੂੰ ਹਰ ਬੰਧਨ ਤੋਂ ਆਜ਼ਾਦ ਕਰਾਉਂਦੀ ਹੈ, ਇਸ ਦਾ ਜੀਵਨ ਪਰਿਵਰਤਨ ਕਰ ਦਿੰਦੀ ਹੈ, ਤੇ ਫਿਰ ਹੀ ਜੀਵ ਚੰਗਾ ਬਣਨ ਦੇ ਲਾਇਕ ਹੁੰਦਾ ਹੈ। ਜਦੋਂ ਦੁਬਿਧਾ 'ਚੋਂ ਨਿਕਲ, ਚੰਗੇ ਬੁਰੇ 'ਚੋਂ ਨਿਕਲ, ਨੈਗੇਟਿਵ ਪੋਜ਼ਿਟਿਵ 'ਚੋਂ ਨਿਕਲ ਸਤ ਬੁੱਧ ਪ੍ਰਗਾਸ 'ਚ ਆਉਂਦਾ ਹੈ, ਸਮਦ੍ਰਿਸ਼ਟੀ 'ਚ ਆਉਂਦਾ ਹੈ। ਸੋ ਜੇਕਰ ਅਸੀਂ ਚੰਗਾ ਬਣਨ ਦੀ, ਦਿਲੋਂ ਚੰਗੇ ਹੋਣ ਦੀ ਤਮੰਨਾ ਰੱਖਦੇ ਹਾਂ, ਚੰਗਿਆਈ ਦਾ ਦਾਮਨ ਫੜਨਾ ਚਾਹੁੰਦੇ ਹਾਂ, ਤੇ ਸਾਨੂੰ ਵੀ ਸਭ ਤੋਂ ਪਹਿਲਾਂ ਆਪ ਦੇ ਮੂਲ ਦੀ ਪਹਿਚਾਣ ਹੋਣਾ ਬਹੁਤ ਜ਼ਰੂਰੀ ਹੈ। ਜੋ ਮੂਲੋਂ ਹੀ ਯਾਨੀ ਧੁਰੋਂ ਹੀ ਚੰਗਾ ਹੈ, ਉਸ ਚੰਗੇ ਦੀ ਸ਼ਰਨ 'ਚ ਹੀ ਚੰਗੇ ਹੋਈਦਾ ਹੈ। ਜਾਤੂ ਵੱਡਾ ਸਭ ਵਡਿਆਈਆਂ, ਚੰਗਾ ਚੰਗਾ ਹੋਈ। ਤੇ ਨਾਲ ਹੀ ਉਸ ਮੂਲ ਪੁਰਖ ਪਿਤਾ ਪਰਮਾਤਮਾ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਧਿਆਨ ਵਿੱਚ ਅਭਿਆਸ, ਸਾਧਨਾ, ਸਾਧਣੀ ਵੀ ਬਹੁਤ ਜ਼ਰੂਰੀ ਹੈ, ਜਿਸ ਨਾਲ ਊਰਜਾ ਮੂਲ ਦੁਆਰੋਂ ਉੱਠ ਨਾਭ ਕਮਲ ਪ੍ਰਗਾਸ ਦੇ ਨਾਲ
ਸੁਖਮਨ ਸੂਤਰ ਚੋਂ ਲੰਘ ਦਸਮ ਦਵਾਰ ਪਹੁੰਚ ਅਸਲ ਬੁੱਧ ਦਾ ਪ੍ਰਗਾਸ ਕਰਦੀ ਹੈ, ਤਾਂ ਜੋ ਚੰਗਿਆਈ ਪ੍ਰਗਟ ਹੋਵੇ, ਜੋ ਸਾਨੂੰ ਕਰਮ ਵਿਹਾਰ ਸੋਚ ਤੋਂ ਚੰਗਾ ਬਣਾਉਂਦੀ ਹੋਈ ਸਾਡਾ ਮਿਲਾਪ ਚੰਗਿਆਂ ਦੇ ਚੰਗੇ ਪੁਰਖ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਨਾਲ ਕਰਾਉਂਦੀ ਹੈ, ਅਤੇ ਉਸ ਸਦਾ ਥਿਰ ਚੰਗੇ ਦੇ ਮਿਲਾਪ ਨਾਲ ਹੀ ਚੰਗੇ ਬਣ ਸਕੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।